ਔਰਤ ਲਈ ਕਹਿੰਦੇ ਨੇ ਕਿ ਇਹ ਚੁੱਲ੍ਹੇ ਚੌਂਕੇ ਵਿੱਚ ਰਹਿ ਕੇ ਔਲਾਦ ਦਾ ਕੱਲ ਸਵਾਰਦੀਆਂ, ਔਲਾਦ ਦੇ ਸੁਪਨੇ ਪੂਰਨ ਲਈ ਇਹ ਆਪਣੇ ਸੁਪਨੇ ਮਾਰਦੀਆਂ। ਸਾਡੀਆਂ ਮਦਰਸ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਆਪਣੀਆਂ ਬੇਟੀਆਂ ਨੂੰ ਅਸੀਂ ਜ਼ਰੂਰ ਦੱਸ ਦਈਏ ਕਿ ਤੁਸੀਂ ਡਰਨਾ ਨਹੀਂ ਆ, ਤੁਸੀਂ ਚਿੜੀਆਂ ਨਹੀਂ, ਤੁਸੀਂ ਬਾਜ ਬਣ ਕੇ ਰਹਿਣਾ। 2021 ਦੇ ਵਿੱਚ 17,000 ਡੋਮੈਸਟਿਕ ਵਾਇਲੈਂਸ ਦੇ ਕੇਸ ਸਾਹਮਣੇ ਆਏ ਨੇ, ਜਿਹਦੇ ਵਿੱਚੋਂ 78% ਔਰਤਾਂ ਇਸ ਦਾ ਸ਼ਿਕਾਰ ਹੁੰਦੀਆਂ ਨੇ। ਜਿਵੇਂ ਅੰਮ੍ਰਿਤਾ ਪ੍ਰੀਤਮ ਨੇ ਕਿਹਾ ਕਿ ਕੁੜੀਆਂ ਜਿਹੜੀਆਂ ਹੈਗੀਆਂ ਉਹ ਆਟੇ ਦੀ ਤੌਣ ਵਰਗੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਅੰਦਰ ਚੂਹੇ ਪੈਂਦੇ ਨੇ ਤੇ ਬਾਹਰ ਕਾਂ ਪੈਂਦੇ ਨੇ, ਪਰ ਤੁਸੀਂ ਨਾ ਹੀ ਤਾਂ ਚੂਹਿਆਂ ਤੋਂ ਡਰਨਾ ਨਾ ਹੀ ਕਾਵਾਂ ਤੋਂ ਡਰਨਾ, ਤੁਸੀਂ ਆਪਣੇ ਆਪ ਨੂੰ ਬਾਜ ਬਣਾਉਣਾ। ਪ੍ਰਾਈਮ ਵੂਮਨ ਦੀ ਗੱਲਾਂ ਦੇ ਵਿੱਚੋਂ ਗੱਲ ਕੜੀ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਔਰਤ ਲਈ ਕਹਿੰਦੇ ਨੇ ਕਿ ਇਹ ਚੁੱਲ੍ਹੇ ਚੌਂਕੇ ਵਿੱਚ ਰਹਿ ਕੇ ਔਲਾਦ ਦਾ ਕੱਲ ਸਵਾਰਦੀਆਂ, ਔਲਾਦ ਦੇ ਸੁਪਨੇ ਪੂਰਨ ਲਈ ਇਹ ਆਪਣੇ ਸੁਪਨੇ ਮਾਰਦੀਆਂ। ਪੀਲ ਪੁਲਿਸ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਹਦੇ ਵਿੱਚ ਕਿਹਾ ਗਿਆ ਕਿ 2021 ਦੇ ਵਿੱਚ 17,000 ਡੋਮੈਸਟਿਕ ਵਾਇਲੈਂਸ ਦੇ ਕੇਸ ਸਾਹਮਣੇ ਆਏ ਨੇ, ਜਿਹਦੇ ਵਿੱਚੋਂ 78% ਔਰਤਾਂ ਇਸ ਦਾ ਸ਼ਿਕਾਰ ਹੁੰਦੀਆਂ ਨੇ। ਤੇ ਹਰ ਰੋਜ਼ ਜਿਹੜੇ ਹੈਗੇ 45 ਇਹੋ ਜਿਹੇ ਮਾਮਲੇ ਡੋਮੈਸਟਿਕ ਅਬਿਊਜ਼ ਦੇ ਸਾਹਮਣੇ ਆ ਰਹੇ ਨੇ। ਹਰ ਘੰਟੇ ਦੇ ਵਿੱਚ 2 ਡੋਮੈਸਟਿਕ ਅਬਿਊਜ਼ ਦੀਆਂ ਰਿਪੋਰਟਸ ਪੀਲ ਪੁਲਿਸ ਨੂੰ ਜਾਂਦੀਆਂ ਨੇ, ਤੇ ਬਹੁਤ ਸਾਰੇ ਇਹੋ ਜਿਹੇ ਮਾਮਲੇ ਆ ਜਿਹੜੇ ਹਜੇ ਤੱਕ ਉਹਨਾਂ ਕੋਲ ਪਹੁੰਚਦੇ ਹੀ ਨਹੀਂ। ਸੋ ਔਰਤ ਜਿਹੜੀ ਕਿ ਸਾਰੇ ਘਰ ਨੂੰ ਸੰਭਾਲਦੀ ਆ, ਬੱਚਿਆਂ ਨੂੰ ਸੰਭਾਲਦੀ ਆ, ਜੇ ਇਹ ਇਸ ਤਰ੍ਹਾਂ ਦੀ ਕਿਸੇ ਵੀ ਕੰਡੀਸ਼ਨ ਦੇ ਵਿੱਚ ਡੋਮੈਸਟਿਕ ਅਬਿਊਜ਼ ਜਾਂ ਕਿਸੇ ਅਬਿਊਜ਼ਿਵ ਰਿਲੇਸ਼ਨਸ਼ਿਪ ਦੇ ਵਿੱਚ ਆ, ਜਾਂ ਉਹਨੂੰ ਲੱਗਦਾ ਕਿ ਉਹਦਾ ਪਾਰਟਨਰ ਉਹਦੇ ਨਾਲ ਚੰਗਾ ਵਰਤਾਓ ਨਹੀਂ ਕਰਦਾ, ਤਾਂ ਇਸ ਚੀਜ਼ ਨੂੰ ਪਹਿਲੇ ਸਟੈਪ 'ਤੇ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ। ਕਿਸ ਤਰ੍ਹਾਂ ਦਾ ਵਿਊਜ਼ ਹੁੰਦਾ, ਪੀਲ ਪੁਲਿਸ ਨੇ ਇਹਦੇ ਬਾਰੇ 'ਚ ਵੀ ਜਾਣਕਾਰੀ ਦਿੱਤੀ ਹੈ। ਸੋ ਅੱਜ ਅਸੀਂ ਬੇਸਿਕ ਥੋੜ੍ਹੀਆਂ ਜਿਹੀਆਂ ਉਹ ਗੱਲਾਂ ਕਰਾਂਗੇ ਜਿਹੜੀਆਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਕਿਤੇ ਸਾਨੂੰ ਕੋਈ ਤੰਗ ਪਰੇਸ਼ਾਨ ਤਾਂ ਨਹੀਂ ਕਰ ਰਿਹਾ, ਤੇ ਉਹਦੇ ਕੀ ਹੱਲ ਹੋ ਸਕਦੇ ਆ, ਇਹਦੇ ਬਾਰੇ 'ਚ ਵੀ ਗੱਲਬਾਤ ਕਰਾਂਗੇ। ਪੁਲਿਸ ਨੇ ਕਿਹਾ ਕਿ ਜੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ, ਕਿਉਂਕਿ ਕਈ ਵਾਰੀ ਉਹਨਾਂ ਕੋਲ ਰਿਪੋਰਟ ਉਦੋਂ ਪਹੁੰਚਦੀ ਆ ਜਦੋਂ ਕੰਡੀਸ਼ਨ ਜਿਹੜੀ ਹੈਗੀ ਆ ਉਹ ਬਹੁਤ ਬੱਤਰ ਹੋ ਚੁੱਕੀ ਹੁੰਦੀ ਆ। ਸੋ ਪਹਿਲੇ ਸਟੈਪਸ ਦੇ ਉੱਤੇ ਅਸੀਂ ਇਹਨਾਂ ਡੋਮੈਸਟਿਕ ਅਬਿਊਜ਼ ਜਾਂ ਅਬਿਊਜ਼ਿਵ ਰਿਲੇਸ਼ਨਸ਼ਿਪ ਤੋਂ ਕਿਵੇਂ ਬਚ ਸਕਦੇ ਹਾਂ, ਜਾਂ ਅਸੀਂ ਕਿਵੇਂ ਇਸ ਚੀਜ਼ ਨੂੰ ਸਮਝ ਸਕਦੇ ਹਾਂ ਕਿ ਸਾਨੂੰ ਕੋਈ ਤੰਗ ਕਰ ਰਿਹਾ, ਪਰੇਸ਼ਾਨ ਕਰ ਰਿਹਾ, ਜਾਂ ਅਸੀਂ ਇਮੋਸ਼ਨਲੀ ਜੇ ਕੁਛ ਵੀ ਬੁਰਾ ਮਹਿਸੂਸ ਕਰਦੇ ਹਾਂ ਸੋ ਕਿਵੇਂ ਨੋਟ ਕਰ ਸਕਦੇ ਹਾਂ। ਸੋ ਉਹਨਾਂ ਨੇ ਕੁਝ ਕ੍ਰਾਈਟੇਰੀਆ ਬਣਾਇਆ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਫਿਜ਼ੀਕਲ ਅਬਿਊਜ਼ ਹੁੰਦਾ। ਫਿਜ਼ੀਕਲ ਅਬਿਊਜ਼ ਨੂੰ ਸਮਝਣਾ ਬਹੁਤ ਸੌਖਾ, ਸਾਨੂੰ ਪਤਾ ਲੱਗ ਜਾਂਦਾ ਕਿ ਸਾਨੂੰ ਕੋਈ ਪਰਸਨਲੀ ਹਿੱਟ ਕਰ ਰਿਹਾ, ਜਾਂ ਸਾਨੂੰ ਕੋਈ ਪੁਸ਼ ਕਰ ਰਿਹਾ, ਸਾਨੂੰ ਚੋਕ ਕਰ ਰਿਹਾ, ਸਾਡਾ ਗਲਾ ਦਬਾਉਣ ਦੀ ਕੋਸ਼ਿਸ਼ ਕਰ ਰਿਹਾ, ਜਾਂ ਸਾਨੂੰ ਪਰਸਨਲੀ ਕੋਈ ਚੀਜ਼ ਹਿੱਟ ਕੀਤੀ ਜਾਂਦੀ ਹੈ। ਸੋ ਫਿਜ਼ੀਕਲ ਅਬਿਊਜ਼ ਸਮਝਣਾ, ਦੇਖਣਾ ਸੌਖਾ, ਇਹਨੂੰ ਸਭ ਨੂੰ ਪਤਾ ਲੱਗ ਜਾਂਦਾ ਕਿ ਫਿਜ਼ੀਕਲ ਅਬਿਊਜ਼ ਦੇ ਲੱਛਣ ਨੇ। ਪਰ ਇਸ ਤੋਂ ਉੱਪਰ ਵੀ ਕਈ ਤਰ੍ਹਾਂ ਦੇ ਅਬਿਊਜ਼ ਹੁੰਦੇ ਆ, ਜਿਸ ਤਰ੍ਹਾਂ ਕਿ ਸਾਈਕੋਲੋਜੀਕਲ ਅਬਿਊਜ਼। ਸਾਈਕੋਲੋਜੀਕਲ ਅਬਿਊਜ਼ ਜੇਕਰ ਤੁਸੀਂ ਘਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਹਾਨੂੰ ਡਾਊਨ ਫੀਲ ਕਰਾਇਆ ਜਾਂਦਾ, ਤੁਹਾਡੀ ਹਰ ਗੱਲ ਦੇ ਵਿੱਚ ਤੁਹਾਡੀ ਪਰਸਨੈਲਿਟੀ ਨੂੰ ਪਿੱਛੇ ਧੱਕਿਆ ਜਾਂਦਾ, ਜਾਂ ਤੁਹਾਨੂੰ ਹਰ ਇੱਕ ਚੀਜ਼ ਦੇ ਵਿੱਚ ਤੁਹਾਡੀ ਰਾਏ ਨਹੀਂ ਲਈ ਜਾ ਰਹੀ, ਜਾਂ ਤੁਸੀਂ ਇਮੋਸ਼ਨਲੀ ਫੀਲ ਕਰਦੇ ਹੋ ਕਿ ਮੈਨੂੰ ਡਾਊਨ ਫੀਲ ਕਰਾਇਆ ਜਾਂਦਾ, ਇਹ ਸਾਈਕੋਲੋਜੀਕਲ ਅਬਿਊਜ਼ ਦੇ ਸਿੰਪਟਮ ਹੋ ਸਕਦੇ ਆ। ਤੁਹਾਨੂੰ ਲੱਗ ਰਿਹਾ ਕਿ ਦੂਸਰਾ ਪਰਸਨ ਤੁਹਾਨੂੰ ਡਿਫਰੈਂਟ ਤਰੀਕੇ ਨਾਲ ਮੈਂਟਲੀ, ਕਿਉਂਕਿ ਕਈ ਚੀਜ਼ਾਂ ਹੁੰਦੀਆਂ ਅਸੀਂ ਫਿਜ਼ੀਕਲ ਮਹਿਸੂਸ ਕਰਦੇ ਹਾਂ, ਤੇ ਕਈ ਚੀਜ਼ਾਂ ਜਿਹੜੀਆਂ ਸਾਨੂੰ ਦਿਮਾਗੀ ਤੌਰ 'ਤੇ ਪਰੇਸ਼ਾਨ ਕਰਦੀਆਂ ਨੇ। ਸਾਨੂੰ ਲੱਗਦਾ ਕਿ ਇਹ ਪਰਸਨ ਸਾਨੂੰ ਸਹੀ ਤਰੀਕੇ ਨਾਲ ਉਹ ਰਿਸਪੈਕਟ ਨਹੀਂ ਦੇ ਰਿਹਾ। ਸੋ ਸਾਈਕੋਲੋਜੀਕਲ ਅਬਿਊਜ਼ ਦੇ ਵੀ ਕਈ ਕਾਰਨ ਹੋ ਸਕਦੇ ਨੇ। ਜੇਕਰ ਤੁਸੀਂ ਇਸ ਤਰ੍ਹਾਂ ਦਾ ਕੁਝ ਵੀ ਮਹਿਸੂਸ ਕਰਦੇ ਹੋ ਤਾਂ ਆਲੇ ਦੁਆਲੇ 'ਚ ਜਾਂ ਆਪਣੇ ਕਿਸੇ ਫਰੈਂਡ ਸਰਕਲ ਨੂੰ, ਜਾਂ ਜਿਸ ਨਾਲ ਵੀ ਤੁਸੀਂ ਕੰਫਰਟੇਬਲ ਹੋ, ਦੱਸਣਾ ਜ਼ਰੂਰੀ ਹੈ। ਜੇ ਅਸੀਂ ਆਪਣੀਆਂ ਪੰਜਾਬੀ ਭੈਣਾਂ ਦੀ ਗੱਲ ਕਰ ਲਈਏ ਤੇ ਅਕਸਰ ਅਸੀਂ ਕਈ ਚੀਜ਼ਾਂ ਨੂੰ ਕਹਿ ਦਿੰਦੇ ਹਾਂ ਚੱਲ ਹੋਊ, ਪਰ ਇਹ ਚੱਲ ਹੋਊ ਦੀ ਲਿਮਿਟ ਹੋਣੀ ਚਾਹੀਦੀ ਆ। ਜੇ ਸਾਨੂੰ ਲੱਗਦਾ ਕਿ ਕੋਈ ਪਰਸਨ ਤੁਹਾਨੂੰ ਮੈਂਟਲੀ ਡਾਊਨ ਫੀਲ ਕਰਾ ਰਿਹਾ, ਜਾਂ ਫਿਰ ਸਾਈਕੋਲੋਜੀਕਲੀ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਆਪਣੇ ਆਪ ਨੂੰ ਪਿੱਛੇ ਮਹਿਸੂਸ ਕਰ ਰਹੇ ਹੋ, ਤਾਂ ਇਹ ਗੱਲ ਕਰਨੀ ਬਣਦੀ ਆ, ਕਿਉਂਕਿ ਅਸੀਂ ਇਹ ਚੀਜ਼ਾਂ ਅਕਸਰ ਨੋਟ ਨਹੀਂ ਕਰਦੇ, ਜਾਂ ਅਸੀਂ ਗੱਲਾਂ ਕਰਨ ਦੀ ਜ਼ਰੂਰਤ ਹੀ ਨਹੀਂ ਸਮਝਦੇ, ਤੇ ਜਦੋਂ ਜ਼ਰੂਰਤ ਆਉਂਦੀ ਆ ਉਸ ਵਕਤ ਵੇਲਾ ਲੰਘ ਚੁੱਕਿਆ ਹੁੰਦਾ। ਸੋ ਜੇਕਰ ਤੁਸੀਂ ਸਾਈਕੋਲੋਜੀਕਲ ਅਬਿਊਜ਼ ਸਹਿ ਰਹੇ ਹੋ, ਜਾਂ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਕੋਈ
ਇਸ ਤਰ੍ਹਾਂ ਕੁਝ ਵੀ ਗਲਤ ਮਹਿਸੂਸ ਕਰਾ ਰਿਹਾ ਜਾਂ ਤੁਸੀਂ ਮੈਂਟਲ ਪ੍ਰੈਸ਼ਰ 'ਚ ਆ ਰਹੇ ਹੋ ਤਾਂ ਗੱਲਬਾਤ ਕਰਨੀ ਜ਼ਰੂਰੀ ਆ। ਉਸ ਤੋਂ ਬਾਅਦ ਹੈ ਸੈਕਸ਼ੂਅਲ ਅਬਿਊਜ਼ ਨੂੰ ਔਰਤਾਂ ਭਲੀ ਭਾਂਤੀ ਸਮਝਦੀਆਂ ਨੇ ਕਿ ਤੁਹਾਡੇ ਨਾਲ ਕੋਈ ਜ਼ਬਰਦਸਤੀ ਕਰ ਰਿਹਾ ਜਾਂ ਤੁਸੀਂ ਹਾਂ ਨਹੀਂ ਕਹਿ ਰਹੇ ਤੇ ਤੁਹਾਨੂੰ ਕੋਈ ਜ਼ਬਰਦਸਤੀ ਤੁਹਾਨੂੰ ਸਰੀਰਕ ਤੌਰ ਦੇ ਉੱਤੇ ਅਬਿਊਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਉਸ ਚੀਜ਼ ਨੂੰ ਤਾਂ ਤੁਸੀਂ ਚੰਗੀ ਤਰ੍ਹਾਂ ਸਮਝਦੇ ਹੋ ਕਿ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਪੁਲਿਸ ਦੀ ਮਦਦ ਲੈ ਸਕਦੇ ਹੋ, ਤੁਸੀਂ ਆਪਣੇ ਕਿਸੇ ਨੀਅਰ ਐਂਡ ਡੀਅਰ ਵਨਸ ਦੀ ਮਦਦ ਲੈ ਸਕਦੇ ਹੋ। ਸੋ ਉਹਦੇ 'ਚ ਤੁਹਾਨੂੰ ਪਤਾ ਹੁੰਦਾ ਕਿ ਤੁਹਾਡੀ ਲਕੀਰ ਕਿੱਥੇ ਤੱਕ ਖਿੱਚੀ ਆ, ਕੌਣ ਤੁਹਾਨੂੰ ਤੰਗ ਕਰ ਰਿਹਾ, ਕਿਉਂ ਤੁਹਾਨੂੰ ਤੰਗ ਕਰ ਰਿਹਾ। ਸੋ ਇਹ ਮੁੱਦੇ ਦੇ ਉੱਤੇ ਕੋਈ ਗੱਲ ਨਹੀਂ ਕਰਦਾ। ਜੇ ਤੁਹਾਨੂੰ ਲੱਗ ਰਿਹਾ ਕਿ ਕੋਈ ਤੁਹਾਨੂੰ ਤੰਗ ਕਰ ਰਿਹਾ, ਗਲਤ ਨਜ਼ਰ ਨਾਲ ਦੇਖ ਰਿਹਾ ਜਾਂ ਤੁਹਾਨੂੰ ਫਿਜ਼ੀਕਲੀ ਅਬਿਊਜ਼ ਕੀਤਾ ਜਾਂਦਾ ਤਾਂ ਇਹ ਚੀਜ਼ਾਂ ਸਾਨੂੰ ਡਿਸਕਸ ਕਰਨੀਆਂ ਬਹੁਤ ਜ਼ਰੂਰੀ ਹੈ। ਇੱਥੋਂ ਤੱਕ ਕਿ ਸਾਨੂੰ ਸਾਡੀਆਂ ਛੋਟੀਆਂ ਬੱਚੀਆਂ ਨੂੰ ਵੀ ਇਹ ਚੀਜ਼ ਦੱਸਣੀ ਬਹੁਤ ਜ਼ਰੂਰੀ ਆ ਕਿ ਤੁਹਾਨੂੰ ਕੋਈ ਗਲਤ ਟੱਚ ਤਾਂ ਨਹੀਂ ਕਰ ਰਿਹਾ। ਕਈ ਵਾਰ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਬੈਡ ਟੱਚ ਤੇ ਗੁੱਡ ਟੱਚ ਦੇ ਡਿਫਰੈਂਸ ਦੇ ਬਾਰੇ 'ਚ। ਆਮ ਅਕਸਰ ਅਸੀਂ ਬੱਚੇ ਨੂੰ ਪਿਆਰ ਕਰਦੇ ਹਾਂ, ਬੱਚੇ ਨੂੰ ਕਿਸ ਕਰਦੇ ਹਾਂ, ਪਰ ਇਹਦੇ ਵੀ ਕਈ ਰੂਪ ਹੁੰਦੇ ਆ। ਛੋਟੀ ਬੱਚੀ ਨੂੰ ਵੀ ਇਹ ਸਮਝਾਉਣਾ ਬਹੁਤ ਜ਼ਰੂਰੀ ਆ ਕਿ ਤੁਹਾਨੂੰ ਉਹ ਬੱਚਾ ਵੀ ਸਮਝਦਾ ਕਿ ਮੈਨੂੰ ਕੌਣ ਕਿਸ ਤਰੀਕੇ ਨਾਲ ਟੱਚ ਕਰ ਰਿਹਾ। ਸਾਨੂੰ ਕੁਝ ਪੋਰਸ਼ਨ ਬੱਚੇ ਨੂੰ ਸਮਝਾਉਣੇ ਬਹੁਤ ਜ਼ਰੂਰੀ ਆ, ਸਪੈਸ਼ਲੀ ਛੋਟੀਆਂ ਬੱਚੀਆਂ ਨੂੰ ਸਮਝਾਉਣੇ ਬਹੁਤ ਜ਼ਰੂਰੀ ਆ ਕਿ ਤੁਸੀਂ ਆਪਣੇ ਜਿਹੜੇ ਵੀ ਸੀਕ੍ਰੇਟ ਪਾਰਟ ਨੇ ਤੁਸੀਂ ਕਿਸੇ ਨੂੰ ਟੱਚ ਨਹੀਂ ਕਰਨ ਦੇਣੇ, ਕਿਉਂਕਿ ਅਕਸਰ ਬੱਚੇ ਨੂੰ ਨਹੀਂ ਪਤਾ ਕਿ ਉਹਦੇ ਕੋਈ ਕੱਪੜੇ ਚੇਂਜ ਕਰ ਰਿਹਾ ਜਾਂ ਛੋਟੇ ਬੱਚੇ ਨੂੰ ਕੋਈ ਪਿਆਰ ਕਰ ਰਿਹਾ, ਉਹਦੀ ਕੀ ਲਿਮਿਟ ਹੋਣੀ ਚਾਹੀਦੀ ਆ, ਕਦੋਂ ਉਸ ਬੱਚੇ ਨੇ ਨਾ ਕਹਿਣਾ। ਇਹ ਚੀਜ਼ ਸਾਨੂੰ ਸਾਡੀਆਂ ਛੋਟੀਆਂ ਬੱਚੀਆਂ ਨੂੰ ਸਮਝਾਉਣਾ ਬੇਹੱਦ ਜ਼ਰੂਰੀ ਆ। ਅਸੀਂ ਕਈ ਵਾਰ ਆਪਣੀਆਂ ਬੱਚੀਆਂ ਨੂੰ ਇਹ ਚੀਜ਼ਾਂ ਨਹੀਂ ਦੱਸਦੇ ਜਾਂ ਅਸੀਂ ਇਹ ਚੀਜ਼ਾਂ ਘਰੇ ਡਿਸਕਸ ਹੀ ਨਹੀਂ ਕਰਦੇ। ਸਾਨੂੰ ਲੱਗਦਾ ਕਿ ਇਹ ਗੱਲ ਡਿਸਕਸ ਕੀਤੀ ਤੇ ਇਹ ਗੱਲ ਤਾਂ ਡਿਸਕਸ ਕਰਨ ਵਾਲੀ ਹੈ ਹੀ ਨਹੀਂ, ਪਰ ਇਹ ਗੱਲ ਹੀ ਡਿਸਕਸ ਕਰਨ ਵਾਲੀ ਆ ਕਿ ਸਾਡੀਆਂ ਛੋਟੀਆਂ ਬੱਚੀਆਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਬ੍ਰਦਰ ਜਾਂ ਸਾਡੇ ਫਾਦਰ ਸਾਨੂੰ ਕਿਵੇਂ ਸਾਡੇ ਨਾਲ ਵਧੀਆ ਚੰਗੇ ਤਰੀਕੇ ਨਾਲ ਸਾਨੂੰ ਪਿਆਰ ਵੀ ਕਰਦੇ ਨੇ, ਪਰ ਸਾਨੂੰ ਬੁਰਾ ਮਹਿਸੂਸ ਨਹੀਂ ਹੁੰਦਾ। ਸੋ ਜੇ ਕੋਈ ਬਾਹਰਲਾ ਜਾਂ ਓਪਰਾ ਬੰਦਾ ਛੋਟੀ ਬੱਚੀ ਨੂੰ ਬਰਗਲਾ ਰਿਹਾ ਜਾਂ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਗਲਤ ਟੱਚ ਕਰ ਰਿਹਾ ਤਾਂ ਉਸ ਬੱਚੀ ਨੂੰ ਪਤਾ ਹੋਵੇ ਕਿ ਹਾਂ ਮੇਰੀ ਮਾਂ ਨੇ ਇਹ ਗੱਲ ਮੇਰੇ ਨਾਲ ਕੀਤੀ ਸੀ, ਮੇਰੀ ਮਦਰ ਨੇ ਮੈਨੂੰ ਦੱਸਿਆ ਸੀ ਵੀ ਇਹ ਠੀਕ ਨਹੀਂ ਹੈਗਾ, ਮੈਂ ਕੀ ਕਰ ਸਕਦੀ ਹਾਂ, ਮੈਂ ਨਾ ਕਹਿ ਸਕਦੀ ਹਾਂ। ਜਾਂ ਆਪਣੇ ਬੱਚੇ ਨੂੰ ਇਹ ਟ੍ਰੇਨਡ ਕਰਨਾ ਵੀ ਛੋਟੇ ਬੱਚੇ ਨੂੰ ਬਹੁਤ ਜ਼ਰੂਰੀ ਆ ਕਿ ਤੁਸੀਂ ਹਰ ਗੱਲ ਆਪਣੀ ਮਦਰ ਕੋਲ ਆ ਕੇ ਕਰਨੀ ਆ। ਤੁਹਾਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਨੀਅਰ ਐਂਡ ਡੀਅਰ ਆ। ਤੇ ਕਈ ਵਾਰੀ ਛੋਟੀਆਂ ਬੱਚੀਆਂ ਅਕਸਰ ਕੇਸ ਸਾਹਮਣੇ ਨਹੀਂ ਆਉਂਦੇ, ਬਾਅਦ ਦੇ ਵਿੱਚ ਉਹ ਛੋਟੀ ਬੱਚੀ ਦੱਸਦੀ ਆ ਕਿ ਜਦੋਂ ਵੱਡੀ ਹੁੰਦੀ ਆ ਕਿ ਮੈਨੂੰ ਬਚਪਨ ਦੇ ਵਿੱਚ ਕਿਸੇ ਨੇ ਇਸ ਤਰ੍ਹਾਂ ਫੀਲ ਕਰਾਇਆ ਸੀ। ਉਹਦਾ ਕਿਉਂ ਇਹ ਕਾਰਨ ਬਣਿਆ ਕਿ ਉਹਨੂੰ ਵੱਡੀ ਹੋ ਕੇ ਦੱਸਣ ਦੀ ਜ਼ਰੂਰਤ ਪਈ, ਕਿਉਂਕਿ ਅਸੀਂ ਉਹਦੇ ਨਾਲ ਇਹ ਖੁੱਲ੍ਹ ਕੇ ਗੱਲ ਹੀ ਨਹੀਂ ਕੀਤੀ ਕਿ ਜੇ ਤੈਨੂੰ ਕਿਸੇ ਨੇ ਬੈਡ ਟੱਚ ਕੀਤਾ ਇਮੀਡੀਏਟਲੀ ਤੂੰ ਆਪਣੀ ਮੰਮੀ ਨੂੰ, ਮਾਂ ਦਾ ਰਿਸ਼ਤਾ ਕਹਿੰਦੇ ਧੀ ਨਾਲ ਬਹੁਤ ਨੇੜੇ ਦਾ ਹੁੰਦਾ। ਸੋ ਸਾਡੀਆਂ ਮਦਰਸ ਦੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਆਪਣੀਆਂ ਬੇਟੀਆਂ ਨੂੰ ਅਸੀਂ ਜ਼ਰੂਰ ਦੱਸ ਦਈਏ ਕਿ ਤੁਸੀਂ ਡਰਨਾ ਨਹੀਂ ਆ, ਤੁਸੀਂ ਚਿੜੀਆਂ ਨਹੀਂ, ਤੁਸੀਂ ਬਾਜ ਬਣ ਕੇ ਰਹਿਣਾ। ਸੋ ਜੇ ਤੁਹਾਨੂੰ ਲੱਗ ਰਿਹਾ, ਜਿਵੇਂ ਅੰਮ੍ਰਿਤਾ ਪ੍ਰੀਤਮ ਨੇ ਕਿਹਾ ਕਿ ਕੁੜੀਆਂ ਜਿਹੜੀਆਂ ਹੈਗੀਆਂ ਉਹ ਆਟੇ ਦੀ ਤੌਣ ਵਰਗੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਅੰਦਰ ਚੂਹੇ ਪੈਂਦੇ ਨੇ ਤੇ ਬਾਹਰ ਕਾਂ ਪੈਂਦੇ ਨੇ, ਪਰ ਤੁਸੀਂ ਨਾ ਹੀ ਤਾਂ ਚੂਹਿਆਂ ਤੋਂ ਡਰਨਾ ਨਾ ਹੀ ਕਾਵਾਂ ਤੋਂ ਡਰਨਾ, ਤੁਸੀਂ ਆਪਣੇ ਆਪ ਨੂੰ ਬਾਜ ਬਣਾਉਣਾ। ਸੋ ਇਹ ਗੱਲਾਂ ਜੇ ਅਸੀਂ ਆਪਣੀਆਂ ਛੋਟੀਆਂ ਬੇਟੀਆਂ ਦੇ ਨਾਲ, ਆਪਣੀਆਂ ਬੱਚੀਆਂ ਦੇ ਨਾਲ ਡਿਸਕਸ ਕਰਾਂਗੇ ਕਿ ਜੇ ਤੁਹਾਨੂੰ ਕੋਈ ਬੈਡ ਟੱਚ ਕਰਦਾ ਤਾਂ ਤੁਸੀਂ ਇਮੀਡੀਏਟ ਕਿਹਦੀ ਹੈਲਪ ਲੈਣੀ ਆ, ਆਪਣੀ ਮਦਰ ਨਾਲ ਉਹ ਗੱਲ ਡਿਸਕਸ ਕਰਨੀ ਹੈ। ਜਾਂ ਇੰਨਾ ਕੁ ਬੌਂਡਿੰਗ ਸਾਡੀ ਫੈਮਿਲੀ ਦੇ ਵਿੱਚ ਹੋਣਾ ਚਾਹੀਦਾ ਕਿ ਸਾਡੀ ਬੱਚੀ ਆਪਣੇ ਦਿਲ ਦੀ ਗੱਲ ਦੱਸ ਸਕੇ ਪਰਿਵਾਰ ਦੇ ਵਿੱਚ। ਉਹਨੂੰ ਨਾ ਗਲਤੀ ਕੀਤੇ ਹੋਏ ਉਹਨੂੰ ਸ਼ਰਮਿੰਦਗੀ ਨਹੀਂ ਹੋਣੀ ਚਾਹੀਦੀ, ਸ਼ਰਮਿੰਦਗੀ ਉਸ ਪਰਸਨ ਨੂੰ ਹੋਣੀ ਚਾਹੀਦੀ ਹੈ ਜਿਹਨੇ ਉਸ ਬੱਚੇ ਨਾਲ ਕੁਝ ਵੀ ਗਲਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਆਪਣੀਆਂ ਬੱਚੀਆਂ ਨੂੰ ਇਸ ਚੀਜ਼ ਦੇ ਵਿੱਚ ਸਾਨੂੰ ਕੌਨਫੀਡੈਂਟ ਕਰਨ ਦੀ ਜ਼ਰੂਰਤ ਆ ਕਿ ਜੇਕਰ ਤੁਹਾਨੂੰ ਕੋਈ ਵੀ ਲੱਗ ਰਿਹਾ ਕਿ ਤੁਹਾਨੂੰ ਕੋਈ ਬੈਡ ਟੱਚ ਕਰ ਰਿਹਾ ਤੇ ਤੁਸੀਂ ਕਿਵੇਂ ਉਸ ਚੀਜ਼ ਨੂੰ ਐਕਸਪ੍ਰੈਸ ਕਰਨਾ ਜਾਂ ਨਾ ਕਹਿਣਾ, ਜਾਂ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਉਹ ਚੀਜ਼ ਡਿਸਕਸ ਕਰਨੀ ਹੈ। ਇਸ ਤੋਂ ਬਾਅਦ ਹੈਗਾ ਇਕਨੋਮਿਕ ਅਬਿਊਜ਼। ਬਹੁਤ ਵਾਰੀ ਔਰਤਾਂ ਇਕਨੋਮਿਕ ਅਬਿਊਜ਼ ਦਾ ਸਾਹਮਣਾ ਕਰਦੀਆਂ ਨੇ। ਇਹ ਗੱਲਾਂ ਘਰਾਂ 'ਚ ਡਿਸਕਸ ਹੀ ਨਹੀਂ ਕੀਤੀਆਂ ਜਾਂਦੀਆਂ, ਸਿਰਫ ਇਹ ਕਹਿ ਦਿੱਤਾ ਜਾਂਦਾ ਕਿ ਵਿਆਹ ਤੋਂ ਬਾਅਦ ਬਦਲਾਅ ਆਊਗਾ। ਪਰ ਕਈ ਵਾਰੀ ਤੁਹਾਡੀ ਇਕਨੋਮਿਕ ਇੰਡੀਪੈਂਡੈਂਸ, ਜਿਹੜੇ ਤੁਸੀਂ ਆਪਣੇ ਆਪ ਤੇ ਇੰਡੀਪੈਂਡੈਂਟ ਹੁੰਦੇ ਹੋ, ਆਪਣੇ ਆਪ 'ਚ ਆਜ਼ਾਦ ਮਹਿਸੂਸ ਕਰਦੇ ਹੋ, ਤੁਹਾਨੂੰ ਦੂਜੇ ਪਰਸਨ ਨਾਲ ਸ਼ੇਅਰ ਕਰਨੀ ਪੈਂਦੀ ਹੈ। ਜੇਕਰ ਤੁਸੀਂ ਕਮਾ ਰਹੇ ਹੋ ਪਰ ਤੁਹਾਨੂੰ ਲੱਗ ਰਿਹਾ ਕਿ ਤੁਹਾਡੀ ਇਕਨੋਮਿਕ ਇੰਡੀਪੈਂਡੈਂਸੀ ਖਤਮ ਹੋ ਰਹੀ ਆ, ਤੁਸੀਂ ਕਮਾ ਕੇ ਵੀ ਲੈ ਕੇ ਆ ਰਹੇ ਹੋ ਪਰ ਤੁਹਾਡਾ ਪੈਸਾ ਤੁਹਾਡੇ ਹਿਸਾਬ ਨਾਲ, ਹਾਂ ਇੱਕ ਦੂਜੇ ਨਾਲ
ਰਾਏ ਹੋਣੀ ਡਿਫਰੈਂਟ ਟੌਪਿਕ ਆ, ਪਰ ਤੁਹਾਡੇ ਪੈਸੇ ਤੇ ਕੋਈ ਹੋਰ ਕੰਟਰੋਲ ਕਰ ਰਿਹਾ ਉਹ ਨਹੀਂ ਹੋਣਾ ਚਾਹੀਦਾ, ਉਹ ਵੀ ਇੱਕ ਅਬਿਊਜ਼ ਦਾ ਹਿੱਸਾ। ਇਸ ਤੋਂ ਬਾਅਦ ਹੈ ਸਪਿਰਿਚੁਅਲ ਅਬਿਊਜ਼। ਕਈ ਵਾਰ ਇਹ ਹੁੰਦਾ ਕਿ ਅਸੀਂ ਕਿਸੇ ਧਰਮ ਨੂੰ ਮੰਨਦੇ ਹਾਂ ਜਾਂ ਕਿਸੇ ਆਸਥਾ ਦੇ ਵਿੱਚ ਯਕੀਨ ਰੱਖਦੇ ਹਾਂ, ਦੂਜਾ ਪਰਸਨ ਸਾਨੂੰ ਉਹ ਚੀਜ਼ ਦੇ ਵਿੱਚ ਨੋਕ ਝੋਕ ਕਰ ਰਿਹਾ, ਸੋ ਉਹ ਵੀ ਇੱਕ ਸਪਿਰਿਚੁਅਲ ਜਿਹੜੀ ਹੈਗੀ ਆ ਐਕਸਪਲੋਇਟੇਸ਼ਨ ਹੋ ਸਕਦੀ ਹੈ ਕਿ ਜੇ ਕੋਈ ਤੁਹਾਨੂੰ ਜ਼ਬਰਦਸਤੀ ਤੁਹਾਨੂੰ ਤੁਹਾਡੇ ਰਿਚੁਅਲਸ ਜਾਂ ਤੁਹਾਨੂੰ ਤੁਹਾਡੇ ਧਰਮ ਦੇ ਹਿਸਾਬ ਨਾਲ ਮੰਨਣ ਦੀ ਇਜਾਜ਼ਤ ਨਹੀਂ ਦੇ ਰਿਹਾ, ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਾਈਕੋਲੋਜੀਕਲ ਜਾਂ ਮੈਂਟਲ ਪ੍ਰੈਸ਼ਰ ਹੋ ਸਕਦਾ। ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਇਸ ਚੀਜ਼ ਦੇ ਵਿੱਚ ਕੋਈ ਵੀ ਐਕਸਪਲੋਇਟ ਕਰ ਰਿਹਾ, ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਫਸਟ ਸਟੈਪ ਦੇ ਉੱਤੇ ਕਾਊਂਟ ਤੁਸੀਂ ਜ਼ਰੂਰ ਕਰ ਸਕਦੇ ਹੋ, ਤਾਂ ਕਿ ਤੁਸੀਂ ਆਪਣੀਆਂ ਬਾਉਂਡਰੀਜ਼ ਸੀਮਤ ਕਰ ਸਕੋ ਕਿ ਜੇ ਤੁਸੀਂ ਆਪਣੇ ਲਈ ਸਟੈਂਡ ਲੈਣਾ, ਤੁਸੀਂ ਆਪਣੇ ਲਈ ਕਹਿਣਾ ਕਿ ਮੈਨੂੰ ਆਹ ਚੀਜ਼ ਠੀਕ ਨਹੀਂ ਲੱਗ ਰਹੀ। ਜੇਕਰ ਤੁਸੀਂ ਉਹ ਪਹਿਲੇ ਸਟੈਪ ਦੇ ਉੱਤੇ ਇਹ ਪ੍ਰੋਬਲਮਸ ਨੂੰ ਡਿਸਕ੍ਰਾਈਬ ਕਰ ਲੈਂਦੇ ਹੋ, ਤਾਂ ਕਾਫੀ ਜਿਹੜੀਆਂ ਦਿੱਕਤਾਂ ਨੇ ਉਹਨਾਂ ਦਾ ਹੱਲ ਹੋ ਸਕਦਾ। ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰੀ ਅਸੀਂ ਪੁਲਿਸ ਦੀ ਹੀ ਮਦਦ ਲੈਣੀ ਆ, ਅਸੀਂ ਇਨੀਸ਼ੀਅਲ ਸਟੈਪ ਦੇ ਉੱਤੇ ਸਮਝ ਕੇ ਇਸ ਚੀਜ਼ ਦਾ ਹੱਲ ਵੀ ਕੱਢ ਸਕਦੇ ਹਾਂ। ਸਾਈਬਰ ਬੁਲਿੰਗ, ਅੱਜ ਕੱਲ੍ਹ ਸਾਈਬਰ ਬੁਲਿੰਗ ਜਿਹੜੀ ਹੈਗੀ ਆ ਉਹ ਕਾਫੀ ਜ਼ਿਆਦਾ ਪ੍ਰਚਲਿਤ ਹੋ ਚੁੱਕੀ ਆ। ਅੱਜ ਤੋਂ 10 ਸਾਲ ਪਹਿਲਾਂ ਇਹ ਨਹੀਂ ਸੀ, ਪਰ ਹੁਣ ਜਿਉਂ-ਜਿਉਂ ਕੰਪਿਊਟਰ ਜਾਂ ਆਨਲਾਈਨ ਅਸੀਂ ਸੋਸ਼ਲ ਮੀਡੀਆ ਤੇ ਆ ਰਹੇ ਹਾਂ, ਤਾਂ ਸਾਨੂੰ ਕਈ ਵਾਰੀ ਲੇਡੀਜ਼ ਡਰ ਜਾਂਦੀਆਂ ਨੇ ਕਿ ਮੇਰੀ ਕੋਈ ਗਲਤ ਪਿਕਚਰ ਨਾ ਆਨਲਾਈਨ ਚਲੀ ਜਾਵੇ, ਜਾਂ ਕੋਈ ਤੁਹਾਨੂੰ ਡਰਾ ਰਿਹਾ, ਕੋਈ ਤੁਹਾਡੀਆਂ ਪਿਕਚਰਸ ਲੈ ਕੇ ਤੁਹਾਨੂੰ ਡਰਾ ਰਿਹਾ, ਜਾਂ ਤੁਹਾਨੂੰ ਕੋਈ ਬੁਲੀ ਕਰ ਰਿਹਾ, ਜਾਂ ਤੁਹਾਨੂੰ ਇਹ ਫੀਲ ਕਰਾ ਰਿਹਾ ਕਿ ਤੁਹਾਨੂੰ ਬੇਆਬਰੂ ਕੀਤਾ ਜਾਊਗਾ। ਸੋ ਇਹ ਇੱਕ ਸਾਈਬਰ ਬੁਲਿੰਗ ਆ, ਜਿਹਦੇ ਲਈ ਤੁਸੀਂ ਕੰਪਲੇਨ ਵੀ ਕਰ ਸਕਦੇ ਹੋ। ਤੁਹਾਨੂੰ ਕੋਈ ਵੀ ਇਸ ਟੌਪਿਕ ਦੇ ਉੱਤੇ ਐਕਸਪਲੋਇਟ ਕਰ ਰਿਹਾ ਜਾਂ ਤੁਹਾਨੂੰ ਮੈਂਟਲ ਟੌਰਚਰ ਕਰ ਰਿਹਾ, ਤਾਂ ਤੁਸੀਂ ਇਹਦੇ ਉੱਤੇ ਰਿਪੋਰਟ ਕਰ ਸਕਦੇ ਹੋ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੇਰੀ ਇਸ ਕੰਡੀਸ਼ਨ ਦੇ ਵਿੱਚ ਇਹ ਪਰਸਨ ਮੇਰੇ ਨਾਲ ਧੱਕਾ ਕਰ ਰਿਹਾ ਜਾਂ ਮੈਨੂੰ ਐਕਸਪਲੋਇਟ ਕਰ ਰਿਹਾ। ਇਸ ਚੀਜ਼ ਦੇ ਉੱਤੇ ਬੋਲਣਾ ਬਹੁਤ ਜ਼ਰੂਰੀ ਆ। ਕਈ ਵਾਰੀ ਉਹ ਕੰਡੀਸ਼ਨ ਇੰਨੀ ਹੱਥ ਚੋਂ ਬਾਹਰ ਨਿਕਲ ਜਾਂਦੀ ਆ ਕਿ ਇੰਨੇ ਕੇਸ ਸਾਹਮਣੇ ਆ ਰਿਹਾ, ਜਿਹੜਾ ਕਿ ਪੀਲ ਪੁਲਿਸ ਨੇ ਡਾਟਾ ਸਾਡੇ ਨਾਲ ਸ਼ੇਅਰ ਕੀਤਾ ਕਿ 78% ਇਹਦੇ ਵਿੱਚ ਡੋਮੈਸਟਿਕ ਅਬਿਊਜ਼ ਦੇ ਵਿੱਚ ਜਾਂ ਡੋਮੈਸਟਿਕ ਵਾਇਲੈਂਸ ਦੇ ਵਿੱਚ ਔਰਤਾਂ ਸ਼ਿਕਾਰ ਹੋ ਰਹੀਆਂ ਨੇ। ਇਹਦਾ ਮਤਲਬ ਇਹ ਨਹੀਂ ਆ ਕਿ ਮਰਦ ਕਈ ਵਾਰ ਸ਼ਿਕਾਰ ਨਹੀਂ ਹੁੰਦੇ, ਕਈ ਵਾਰੀ ਇਹੀ ਚੀਜ਼ ਔਰਤਾਂ ਵੀ ਕਰ ਸਕਦੀਆਂ ਨੇ। ਸੋ ਇਹ ਡਿਫਰੈਂਸ਼ੀਏਟ ਕਰਨਾ ਅਲੱਗ ਟੌਪਿਕ ਆ, ਪਰ 78% ਔਰਤਾਂ ਸ਼ਿਕਾਰ ਹੋ ਰਹੀਆਂ ਨੇ। ਸੋ ਇਸ ਬੇਸਿਕ ਟੌਪਿਕ ਦੇ ਉੱਤੇ ਔਰਤਾਂ ਨੂੰ, ਕਿਉਂਕਿ ਫਿਜ਼ੀਕਲੀ ਅਸੀਂ ਕਹਿ ਦਿੰਦੇ ਹਾਂ ਕਿ ਉਹ ਥੋੜਾ ਵੀਕ ਹੁੰਦੀਆਂ ਨੇ, ਸੋ ਇਸ ਲਈ ਇਹਨਾਂ ਟੌਪਿਕਸ ਦੇ ਉੱਤੇ ਸਾਨੂੰ ਜਾਣਨਾ ਬਹੁਤ ਜ਼ਰੂਰੀ ਆ ਕਿ ਤੁਹਾਨੂੰ ਕੋਈ ਸੈਕਚੁਅਲੀ, ਮੈਂਟਲੀ, ਸਾਈਕੋਲੋਜੀਕਲੀ, ਫਿਜ਼ੀਕਲੀ ਜਾਂ ਸਪਿਰਿਚੁਅਲ ਅਬਿਊਜ਼ ਜਾਂ ਸਾਈਬਰ ਅਬਿਊਜ਼ ਦੇ ਤੁਸੀਂ ਸ਼ਿਕਾਰ ਤਾਂ ਨਹੀਂ ਹੋ ਰਹੇ। ਇਸ ਤੋਂ ਬਾਅਦ ਅਕਸਰ ਜੇ ਅਸੀਂ ਆਪਣੇ ਘਰਾਂ ਦੀ ਗੱਲ ਕਰੀਏ ਤਾਂ ਸਾਨੂੰ ਇਹ ਤਾਂ ਬਿਲਕੁਲ ਦੱਸਿਆ ਜਾਂਦਾ ਕਿ ਵਿਆਹ ਤੋਂ ਬਾਅਦ ਤੁਹਾਡੀ ਲਾਈਫ ਆ ਜਿਹੜੀ ਉਹ ਬਿਲਕੁਲ ਚੇਂਜ ਹੋ ਜਾਣੀ ਆ, ਜਾਂ ਕਹਿ ਦੋ ਕਿ ਤੁਸੀਂ ਅਸਮਾਨ ਤੋਂ ਜ਼ਮੀਨ ਤੇ ਡਿੱਗ ਜਾਣਾ, ਤੁਹਾਡੇ ਤੇ ਜ਼ਿੰਮੇਵਾਰੀਆਂ ਪੈ ਜਾਣੀਆਂ ਨੇ। ਪਰ ਪੋਜ਼ਿਟਿਵਲੀ ਸਾਨੂੰ ਇਹ ਕਦੇ ਨਹੀਂ ਦੱਸਿਆ ਜਾਂਦਾ ਕਿ ਅਸੀਂ ਉਹਨਾਂ ਸਿਚੁਏਸ਼ਨਸ ਦੇ ਵਿੱਚ ਹੈਂਡਲ ਕਿਵੇਂ ਕਰਨਾ ਆਪਣੇ ਆਪ ਨੂੰ। ਕਈ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਆਉਣਗੀਆਂ ਜਦੋਂ ਇਹ ਮੁਲਕ ਚੇਂਜ ਹੁੰਦਾ। ਪੰਜਾਬ ਤੋਂ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਉਂਦੇ ਹਾਂ ਤਾਂ ਇਕਨੋਮਿਕ ਕੰਡੀਸ਼ਨ ਦੇ ਹਿਸਾਬ ਨਾਲ ਵੀ ਅਸੀਂ ਥੋੜ੍ਹਾ ਜਿਹਾ ਧੱਕਾ ਮਹਿਸੂਸ ਕਰਦੇ ਹਾਂ, ਕਿਉਂਕਿ ਸਾਰੇ ਹੀ ਇੱਥੇ 2 ਸੂਟਕੇਸ ਲੈ ਕੇ ਆਏ ਨੇ। ਪਰ ਥੋੜ੍ਹੀ ਬਹੁਤ ਜਿਹੜੀ ਹੈਗੀ ਇਕਨੋਮਿਕ ਸਾਨੂੰ ਪ੍ਰੈਸ਼ਰ ਫੀਲ ਹੁੰਦਾ। ਹਸਬੈਂਡ ਵੀ ਕੰਮ ਤੇ ਜਾ ਰਿਹਾ, ਵਾਈਫ ਵੀ ਕੰਮ ਤੇ ਜਾ ਰਹੀ ਆ, ਬੱਚਿਆਂ ਨੂੰ ਵੀ ਟਾਈਮ ਦੇਣਾ। ਉਸ ਟਾਈਮ ਦੇ ਦੌਰਾਨ ਹੋ ਸਕਦਾ ਕਿ ਤੁਸੀਂ ਇੱਕ ਦੂਜੇ ਨੂੰ ਟਾਈਮ ਨਹੀਂ ਦਿੱਤਾ, ਥੋੜ੍ਹਾ ਬਹੁਤ ਰਿਲੇਸ਼ਨਸ਼ਿਪ ਦੇ ਵਿੱਚ ਕੜਵਾਹਟ ਆ ਜਾਵੇ। ਪਰ ਉਹ ਕੜਵਾਹਟ ਜ਼ਰੂਰੀ ਨਹੀਂ ਹੈ ਕਿ ਉਹ ਡੋਮੈਸਟਿਕ ਵਾਇਲੈਂਸ ਹੀ ਹੋਵੇ। ਤੁਸੀਂ ਉਹਨੂੰ ਇਨੀਸ਼ੀਅਲ ਸਟੈਪ ਦੇ ਉੱਤੇ ਹੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਨੀ ਆ, ਕਿਉਂਕਿ ਇਹ ਇੱਥੇ ਜਿਹੜੀਆਂ ਕਮਿਊਨਿਟੀਜ਼ ਬਣੀਆਂ ਨੇ, ਚਾਹੇ ਕਿ ਬਹੁਤ ਸਾਰੀਆਂ ਸੰਸਥਾਵਾਂ ਇੱਥੇ ਰਲ ਕੇ ਮਦਦ ਕਰਦੀਆਂ ਨੇ। ਇਹਦੇ ਵਿੱਚ ਸਿਟੀ ਆਫ ਬਰੈਂਪਟਨ, ਸਿਟੀ ਆਫ ਕੈਲੇਡਨ, ਇੰਡਸ ਕਮਿਊਨਿਟੀ, ਪੰਜਾਬੀ ਕਮਿਊਨਿਟੀ, ਹੈਲਥ ਸਰਵਿਸਿਜ਼, ਬੱਚਿਆਂ ਦੀਆਂ ਬੜੀਆਂ ਜਿਹੜੀਆਂ ਹੈਗੀਆਂ ਸੇਫਟੀ ਕੰਟਰੋਲ ਕਮਿਊਨਿਟੀਜ਼, ਬੜੀਆਂ ਕਮਿਊਨਿਟੀਜ਼ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਸਾਡੀ ਇੱਥੇ ਨਵੇਂ ਜਦੋਂ ਅਸੀਂ ਆਉਂਦੇ ਹਾਂ ਸਾਡੀ ਮਦਦ ਕਰਦੀਆਂ ਨੇ। ਪਰ ਟਰਾਈ ਕਰੋ ਕਿ ਤੁਹਾਨੂੰ ਇਸ ਚੀਜ਼ ਦੀ ਨੌਬਤ ਨਾ ਆਵੇ। ਇਹ ਚੀਜ਼ ਨੂੰ ਮੈਂਟਲੀ ਪ੍ਰਪੇਅਰ ਕਰਕੇ ਰੱਖੋ ਕਿ ਜੇ ਤੁਸੀਂ ਇੱਥੇ ਆਏ ਹੋ, ਤੁਸੀਂ ਕੰਮ ਤੇ ਜਾ ਰਹੇ ਹੋ, ਥੋੜ੍ਹਾ ਬਹੁਤ ਟਾਈਮ ਤੁਹਾਨੂੰ ਫੈਮਿਲੀ ਨੂੰ ਨਹੀਂ ਦਿੱਤਾ ਗਿਆ, ਤਾਂ ਥੋੜ੍ਹੀ ਬਹੁਤ ਕੜਵਾਹਟ ਹੋ ਸਕਦੀ ਆ, ਪਰ ਉਹਨੂੰ ਪਹਿਲੇ ਇਨੀਸ਼ੀਅਲ ਸਟੈਪਸ ਦੇ ਵਿੱਚ ਹੀ ਟਰਾਈ ਕਰੋ, ਰਿਜ਼ੋਲਵ ਕਰੋ, ਤਾਂ ਕਿ ਸਾਡੀ ਕਮਿਊਨਿਟੀ 'ਚ ਜਿਹੜੇ ਖਾਸ ਕਰਕੇ ਡੋਮੈਸਟਿਕ ਅਬਿਊਜ਼ ਜਾਂ ਡੋਮੈਸਟਿਕ ਵਾਇਲੈਂਸ ਦੇ ਕੇਸ ਆ ਰਹੇ ਆ ਉਹ ਨਾ ਆਉਣ। ਬੇਸ਼ੱਕ ਪੀਲ ਪੁਲਿਸ ਸਾਡੀ ਹਮੇਸ਼ਾ ਮਦਦ ਦੇ ਲਈ ਸਾਹਮਣੇ ਆਉਂਦੀ ਆ, ਪਰ ਕਿਉਂਕਿ ਅਕਸਰ ਜਦੋਂ ਅਸੀਂ ਇਹੋ ਜਿਹੀਆਂ ਖਬਰਾਂ ਸੁਣਦੇ ਹਾਂ, ਜਿਸ ਤਰ੍ਹਾਂ ਹਰਪ੍ਰੀਤ ਕੌਰ 40 ਸਾਲਾਂ ਦੀ ਡੋਮੈਸਟਿਕ ਵਾਇਲੈਂਸ ਅਬਿਊਜ਼ ਦੇ ਵਿੱਚ ਮੌਤ ਹੋਈ ਹੈ, ਜਦੋਂ ਇਹੋ ਜਿਹੀਆਂ ਖਬਰਾਂ ਸਾਡੀ ਕਮਿਊਨਿਟੀ ਤੋਂ ਆਉਂਦੀਆਂ ਨੇ ਤੇ ਧੱਕਾ ਜ਼ਰੂਰ ਲੱਗਦਾ। ਅਸੀਂ ਆਪਣਾ ਚੰਗਾ ਪੱਖ ਇਹਨਾਂ ਬਾਹਰਲੇ ਮੁਲਕਾਂ ਦੇ ਵਿੱਚ ਜ਼ਰੂਰ ਪੇਸ਼ ਕਰੀਏ।
ਇੱਕ ਆਪਣੀ ਕਿਸੇ ਨਾ ਕਿਸੇ ਦੋਸਤ ਨਾਲ ਗੱਲ ਕਰਨੀ ਬੇਹੱਦ ਜ਼ਰੂਰੀ ਆ। ਜੇ ਤੁਹਾਨੂੰ ਲੱਗਦਾ ਕਿ ਇੰਟੀਮੇਟ ਪਾਰਟਨਰ ਜਾਂ ਤੁਹਾਡਾ ਪਾਰਟਨਰ ਤੁਹਾਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਫਰੈਂਡ ਸਰਕਲ ਹੋਣਾ ਤੁਹਾਡਾ ਬਹੁਤ ਜ਼ਰੂਰੀ ਆ। ਪੀਲ ਪੁਲਿਸ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਚੁੱਪ ਨੂੰ ਤੋੜੋ। ਕਈ ਵਾਰੀ ਤੁਸੀਂ ਇਕੱਲੇਪਣ ਦੇ ਵਿੱਚ ਇਹਨਾਂ ਕੰਟਰੀਜ਼ ਦੇ ਵਿੱਚ ਇਕੱਲੇ ਹੁੰਦੇ ਹੋ, ਤੁਹਾਡੇ ਇਕੱਲੇਪਣ ਦਾ ਕੋਈ ਫਾਇਦਾ ਚੁੱਕ ਸਕਦਾ। ਜਦੋਂ ਤੁਸੀਂ ਇਕੱਲੇ ਹੁੰਦੇ ਹੋ ਤੁਹਾਨੂੰ ਅਬਿਊਜ਼ ਕੀਤਾ ਜਾ ਸਕਦਾ, ਕਿਉਂਕਿ ਔਰਤ ਦੇ ਮਾਮਲੇ ਦੇ ਵਿੱਚ ਇਹ ਚੀਜ਼ 78% ਕੇਸ ਜਿਹੜੇ ਹੈਗੇ ਆ ਉਹਨਾਂ ਨੇ ਕਿਹਾ ਆ ਰਹੇ ਆ, ਤਾਂ ਔਰਤ ਦੇ ਮਾਮਲੇ ਦੇ ਵਿੱਚ ਇਹ ਚੀਜ਼ ਲਾਗੂ ਹੁੰਦੀ ਆ ਕਿ ਤੁਸੀਂ ਇਕੱਲੇ ਹੋ ਤਾਂ ਤੁਹਾਨੂੰ ਅਬਿਊਜ਼ ਹੋਣ ਦੇ ਚਾਂਸਸ ਥੋੜੇ ਜਿਹੇ ਵੱਧ ਜਾਂਦੇ ਆ। ਸੋ ਤੁਸੀਂ ਉਸ ਵਕਤ ਦੇ ਵਿੱਚ ਤੁਹਾਡਾ ਫਰੈਂਡ ਸਰਕਲ ਇੱਥੇ ਬਣਾਉਣਾ ਬਹੁਤ ਜ਼ਰੂਰੀ ਆ। ਤੁਹਾਡਾ ਫਰੈਂਡ ਸਰਕਲ ਹੋਊਗਾ, ਤੁਸੀਂ ਥੋੜੀ ਬਹੁਤ ਗੱਲ ਕਰ ਰਹੇ ਹੋ ਇਹਨਾਂ ਟੌਪਿਕ ਦੇ ਉੱਤੇ, ਤੇ ਤੁਸੀਂ ਦੂਜੇ ਪਾਰਟਨਰ ਨੂੰ ਵੀ ਇਹ ਪਤਾ ਹੋਣਾ ਚਾਹੀਦਾ ਕਿ ਤੁਸੀਂ ਗੱਲਬਾਤ ਕਰਦੇ ਹੋ। ਕਈ ਵਾਰ ਐਡਿਕਟਿਵ ਰਿਲੇਸ਼ਨਸ਼ਿਪ ਦੇ ਵਿੱਚ ਤੁਸੀਂ ਹੁੰਦੇ ਹੋ, ਦੂਜਾ ਪਾਰਟਨਰ ਐਡਿਕਟਿਵ ਹੈਗਾ, ਉਸ ਕੰਡੀਸ਼ਨ ਦੇ ਵਿੱਚ ਤੁਸੀਂ ਆਪਣੀ ਗਲਤੀ ਮਹਿਸੂਸ ਕਰਦੇ ਹੋ ਕਿ ਜੇ ਮੈਂ ਕਿਸੇ ਨੂੰ ਕੁਝ ਦੱਸਿਆ ਜਾਂ ਕੁਝ ਵੀ ਆ ਤਾਂ ਮੈਨੂੰ ਨਾ ਕੋਈ ਮਾੜਾ ਕਹਿ ਦੇਵੇ। ਅਕਸਰ ਔਰਤਾਂ ਇਸ ਚੀਜ਼ ਤੋਂ ਝਿਜਕਦੀਆਂ ਰਹਿੰਦੀਆਂ ਨੇ, ਪਰ ਜੇ ਤੁਸੀਂ ਬਿਲਕੁਲ ਸਹੀ ਹੋ, ਤੁਸੀਂ ਇਹਨਾਂ ਚੀਜ਼ਾਂ ਦੀ ਗੱਲਬਾਤ ਕਰਨੀ ਆ। ਥੋੜੇ ਟੌਪਿਕਸ ਜਿਹੜੇ ਹੈਗੇ ਆ ਮੈਂ ਟੱਚ ਕਰੂੰਗੀ ਤਾਂ ਕਿ ਇਨੀਸ਼ੀਅਲ ਸਟੈਪ ਦੇ ਉੱਤੇ ਟਰਾਈ ਕਰੋ ਕਿ ਇਹ ਸਮੱਸਿਆਵਾਂ ਤੁਸੀਂ ਆਪਣੇ ਘਰੇ ਹੀ ਬੈਠ ਕੇ ਜੇ ਸੋਲਵ ਹੋ ਸਕਦੀਆਂ ਨੇ ਤੇ ਉਸ ਤੋਂ ਵੱਡੀ ਕੋਈ ਚੀਜ਼ ਨਹੀਂ। ਫੈਮਿਲੀ ਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਆ। ਇਹਨਾਂ ਮੁਲਕਾਂ ਦੇ ਵਿੱਚ ਬਿਜ਼ੀ ਸਕੈਜੂਅਲ ਦੇ ਵਿੱਚ ਜੇ ਤੁਸੀਂ ਫੈਮਿਲੀ ਨੂੰ ਟਾਈਮ ਨਹੀਂ ਦਿੰਦੇ ਤਾਂ ਉਹ ਵੀ ਇੱਕ ਕਾਰਨ ਹੈਗਾ ਡੋਮੈਸਟਿਕ ਵਾਇਲੈਂਸ ਦਾ ਜਾਂ ਅਬਿਊਜ਼ ਦਾ। ਟਾਈਮ ਬਹੁਤ ਘੱਟ ਹੁੰਦਾ ਹਰ ਕਿਸੇ ਕੋਲ। ਹਸਬੈਂਡ ਵੀ ਕੰਮ ਤੇ ਜਾ ਰਿਹਾ, ਵਾਈਫ ਵੀ ਕੰਮ ਤੇ ਜਾ ਰਹੀ ਆ। ਸੋ ਟਰਾਈ ਕਰੋ ਕਿ ਸਾਡੀ ਕਮਿਊਨਿਟੀ ਤੋਂ ਇਹੋ ਜਿਹੀ ਕੋਈ ਵੀ ਖਬਰ ਬਾਹਰ ਸਾਹਮਣੇ ਨਾ ਆਵੇ ਜਿਹਦੇ 'ਚ ਸਾਡੀ ਕਮਿਊਨਿਟੀ ਦਾ ਕਿਤੇ ਨਾ ਕਿਤੇ ਅਸੀਂ ਆਪਣਾ ਮਾੜਾ ਪੱਖ ਬਿਲਕੁਲ ਪੇਸ਼ ਨਾ ਕਰੀਏ, ਅਸੀਂ ਚੰਗਾ ਪੱਖ ਪੇਸ਼ ਕਰੀਏ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਮੈਨੀਪੂਲੇਟ ਕਰਨਾ। ਕਈ ਵਾਰੀ ਕਈ ਪਾਰਟਨਰ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਤੁਹਾਨੂੰ ਮੈਨੀਪੂਲੇਟ ਕਰਦੇ ਨੇ, ਜਿਹੜੇ ਤੁਹਾਨੂੰ ਆਪਣੇ ਹਿਸਾਬ ਦੇ ਨਾਲ ਮਨਾ ਵੀ ਲੈਂਦੇ ਨੇ ਤੇ ਫਿਰ ਤੁਹਾਨੂੰ ਤੰਗ ਵੀ ਕਰ ਸਕਦੇ ਨੇ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਸੀਂ ਇਹਦੇ 'ਚ ਕਿਸੇ ਹੈਲਥ ਐਕਸਪਰਟ ਦੀ ਰਾਏ ਵੀ ਲੈ ਸਕਦੇ ਹੋ। ਕੋਈ ਤੁਹਾਨੂੰ ਕੰਟਰੋਲ ਕਰ ਰਿਹਾ ਫੈਮਿਲੀ ਦੇ ਵਿੱਚ। ਅਕਸਰ ਕਈ ਵਾਰ ਹੁੰਦਾ ਕਿ ਉੱਧਰੋਂ ਕੁੜੀ ਵਿਆਹ ਕੇ ਆਈ ਆ, ਇੱਥੇ ਸਾਰਾ ਪਰਿਵਾਰ ਆ, ਤੁਹਾਨੂੰ ਸਾਰੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ, ਤਾਂ ਉਹ ਵੀ ਇੱਕ ਤਰ੍ਹਾਂ ਦਾ ਅਬਿਊਜ਼ ਆ। ਟਰਾਈ ਕਰੋ ਆਪਣੀਆਂ ਫੀਲਿੰਗਸ ਦੱਸਣ ਦੀ ਟਰਾਈ ਕਰੋ। ਜੇਕਰ ਤੁਹਾਨੂੰ ਲੱਗ ਰਿਹਾ ਕਿ ਕੰਡੀਸ਼ਨ ਬਹੁਤ ਵਰਸ ਹੋ ਰਹੀ ਆ ਫਿਰ ਤੁਸੀਂ ਪੁਲਿਸ ਦੀ ਮਦਦ ਵੀ ਲੈ ਸਕਦੇ ਹੋ। ਕੋਈ ਤੁਹਾਨੂੰ ਜੱਜ ਕਰ ਰਿਹਾ, ਬਾਰ-ਬਾਰ ਤੁਹਾਡੀ ਪਰਸਨੈਲਿਟੀ ਨੂੰ ਡਾਊਨ ਕਰ ਰਿਹਾ, ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਬਾਰ-ਬਾਰ ਇਹ ਫੀਲ ਕਰਾਇਆ ਜਾਂਦਾ ਕਿ ਤੁਸੀਂ ਇੱਥੇ ਫਿੱਟ ਨਹੀਂ ਹੋ, ਇਸ ਸਿਸਟਮ ਦੇ ਵਿੱਚ ਤੁਹਾਨੂੰ ਨਹੀਂ ਪਤਾ, ਤੁਸੀਂ ਪੰਜਾਬ ਤੋਂ ਆਏ ਹੋ, ਉੱਥੇ ਤੁਹਾਨੂੰ ਬੇਸ਼ੱਕ ਤੁਸੀਂ ਕਿੰਨੀਆਂ ਡਿਗਰੀਆਂ ਕੀਤੀਆਂ ਹੋਣ, ਇੱਥੇ ਤੁਹਾਨੂੰ ਡਾਊਨ ਫੀਲ ਕਰਾਇਆ ਜਾਂਦਾ। ਸੋ ਇਹ ਵੀ ਇੱਕ ਅਬਿਊਜ਼ਿਵ ਰਿਲੇਸ਼ਨਸ਼ਿਪ ਦੀ ਨਿਸ਼ਾਨੀ ਆ। ਤੁਸੀਂ ਪਹਿਲਾਂ ਹੀ ਆਪਣੀ ਇੱਕ ਲਕੀਰ ਜ਼ਰੂਰ ਖਿੱਚ ਲਿਓ। ਕੋਈ ਵੀ ਚੀਜ਼ ਤੁਹਾਨੂੰ ਲੱਗਦੀ ਹੈ ਕਿ ਤੁਹਾਡੇ ਨਾਲ ਗਲਤ ਹੋ ਰਹੀ ਆ, ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਆਪਣੇ ਲਈ ਸਟੈਂਡ ਲੈਣਾ। ਇਸ ਚੀਜ਼ ਨੂੰ ਉਹਨਾਂ ਨੇ ਪਾਵਰ ਤੇ ਕੰਟਰੋਲ, ਪੀਲ ਪੁਲਿਸ ਨੇ ਪਾਵਰ ਕੰਟਰੋਲ ਦਾ ਨਾਮ ਦਿੱਤਾ ਕਿ ਕਈ ਵਾਰੀ ਤੁਹਾਨੂੰ ਤੁਹਾਡੀ ਪਾਵਰ ਹੀ ਨਹੀਂ ਦਿੱਤੀ ਜਾਂਦੀ, ਤੁਹਾਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਵਾਰੀ ਤੁਸੀਂ ਇਕੱਲੇ ਹੁੰਦੇ ਹੋ, ਤੁਹਾਡੇ ਨਾਲ ਤੁਹਾਡੇ ਫੈਮਿਲੀ ਮੈਂਬਰ ਨਹੀਂ ਹੁੰਦੇ, ਤੁਹਾਨੂੰ ਆਈਸੋਲੇਟ ਕਰਕੇ ਤੰਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਹੋ ਜਿਹੀਆਂ ਕੰਡੀਸ਼ਨਸ ਦੇ ਵਿੱਚ ਤੁਸੀਂ ਆਪ ਆਪਣੇ ਰਾਹ ਲੱਭਣੇ ਆ। ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਮੈਨੂੰ ਲੱਗਦਾ ਡਿਸਕਸ ਕਰਨੀ ਬਹੁਤ ਜ਼ਰੂਰੀ ਆ ਉਹ ਹੈ ਇਕਨੋਮਿਕ ਇੰਡੀਪੈਂਡੈਂਸੀ। ਤੁਹਾਡਾ ਕੰਮ ਕਰਦੇ ਹੋਣਾ ਬਹੁਤ ਜ਼ਰੂਰੀ ਆ। ਅਕਸਰ ਹੁੰਦਾ ਕਿ ਔਰਤਾਂ ਵਿਆਹ ਤੋਂ ਪਹਿਲਾਂ ਕੰਮ ਕਰਦੀਆਂ ਹੁੰਦੀਆਂ, ਚੰਗੀ ਤਨਖਾਹ ਵੀ ਲੈ ਰਹੀਆਂ ਹੁੰਦੀਆਂ ਨੇ, ਪਰ ਜਦੋਂ ਆਫਟਰ ਮੈਰਿਜ ਉਹ ਇੱਥੇ ਆਉਂਦੀਆਂ ਨੇ ਕਈ ਵਾਰੀ ਕੰਮ ਲੱਭਦੀਆਂ ਨਹੀਂ ਆ। ਜੇ ਉਹ ਕੰਮ ਕਰਦੀਆਂ ਵੀ ਆ ਤਾਂ ਛੋਟਾ ਬੱਚਾ ਗਾ ਤਾਂ ਉਹ ਕੰਮ ਛੱਡ ਦਿੰਦੀਆਂ ਨੇ। ਸੋ ਇਕਨੋਮਿਕ ਇੰਡੀਪੈਂਡੈਂਸੀ ਹੋਣੀ, ਇਕਨੋਮਿਕਲੀ ਤੁਸੀਂ ਕਮਾਉਂਦੇ ਹੋਣੇ ਚਾਹੀਦੇ ਹੋ। ਤੁਹਾਡੇ ਕੋਲ ਜੇ ਮਨੀ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਹੱਲ ਹੋ ਸਕਦੀਆਂ ਨੇ। ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹ ਮਨੀ ਦਾ ਇਸਤੇਮਾਲ ਇਕੱਲਿਆਂ ਨਹੀਂ ਕਰਨਾ, ਉਹ ਫੈਮਿਲੀ ਦੇ ਵਿੱਚ ਇਕੱਠੇ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ, ਪਰ ਇਹ ਤੁਹਾਡਾ ਇਕੱਠਿਆਂ ਦਾ ਮਿਊਚੁਅਲ ਜਿਹੜਾ ਹੈਗਾ ਰਾਏ ਹੋਣੀ ਚਾਹੀਦੀ ਆ, ਨਾ ਕਿ ਤੁਹਾਡਾ ਪੈਸਾ ਕੋਈ ਕੰਟਰੋਲ ਕਰ ਰਿਹਾ ਜਾਂ ਤੁਸੀਂ ਕੰਮ ਹੀ ਨਹੀਂ ਕਰ ਰਹੇ। ਸੋ ਔਰਤਾਂ ਨੂੰ ਇਕਨੋਮਿਕਲੀ ਇੰਡੀਪੈਂਡੈਂਟ ਹੋਣਾ ਬੇਹੱਦ ਜ਼ਰੂਰੀ ਆ। ਕਦੇ ਵੀ ਇਹ ਨਾ ਸੋਚੋ ਕਿ ਹੁਣ ਮੈਰਿਜ ਹੋ ਗਈ, ਬੱਚੇ ਹੋ ਗਏ, ਹੁਣ ਕੰਮ ਕਰਕੇ ਕੀ ਲੈਣਾ ਜਾਂ ਕੰਮ। ਔਰਤ ਦੇ ਲਈ ਪੈਸਾ ਜਿਹੜਾ ਹੈਗਾ ਪੈਸਾ ਉਹ ਕਦੇ ਨਹੀਂ ਹੋਣਾ ਚਾਹੀਦਾ ਕਿ ਉਹ ਕਿਸੇ ਹੋਰ ਤੋਂ ਖਰਚਾ ਲੈ ਰਹੀ ਆ। ਆਪ ਟਰਾਈ ਕਰੋ ਕਿ ਆਪਣੇ ਆਪ ਨੂੰ ਮਨੀ ਵਾਈਜ਼ ਇੰਨਾ ਕੁ ਸਾਊਂਡ ਕਰੋ ਕਿ ਤੁਹਾਨੂੰ ਕਿਸੇ ਚੀਜ਼ ਦਾ ਅਬਿਊਜ਼ ਸਹਿਣ ਦੀ ਜ਼ਰੂਰਤ ਹੀ ਨਾ ਪਵੇ। ਅਕਸਰ ਅਸੀਂ ਮੰਨਦੇ ਹਾਂ ਕਿ ਇੱਥੇ ਆ ਕੇ ਅਸੀਂ ਇਕੱਲੇ ਹੋ ਜਾਂਦੇ ਹਾਂ, ਨੈਗੇਟਿਵ ਮਾਹੌਲ ਵੀ ਹੋ ਜਾਂਦਾ, ਜਾਂ ਸਨੋ ਦੇ ਸੀਜ਼ਨ ਦੇ ਵਿੱਚ
ਸਾਨੂੰ ਲੱਗਦਾ ਕਿ ਅਸੀਂ ਕਿਸੇ ਨਾਲ ਗੱਲਬਾਤ ਨਹੀਂ ਕਰ ਰਹੇ। ਪੋਜ਼ਿਟਿਵ ਲਾਈਫ 'ਚ ਰਹਿਣਾ ਬਹੁਤ ਜ਼ਰੂਰੀ ਹੈ। ਤੁਹਾਡੀ ਸਰਾਊਂਡਿੰਗ ਪੋਜ਼ਿਟਿਵ ਹੋਣੀ ਚਾਹੀਦੀ ਹੈ। ਪੋਜ਼ਿਟਿਵ ਲੋਕ ਜੇ ਤੁਹਾਡੇ ਨਾਲ ਨੇ, ਤੁਸੀਂ ਪੋਜ਼ਿਟਿਵ ਸੋਚਦੇ ਹੋ, ਪੋਜ਼ਿਟਿਵ ਬੁੱਕਸ ਪੜ੍ਹਦੇ ਹੋ, ਆਪਣੇ ਆਪ ਨੂੰ ਪੋਜ਼ਿਟਿਵ ਰੱਖਦੇ ਹੋ, ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ। ਜੇ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਡੋਮੈਸਟਿਕ ਅਬਿਊਜ਼ ਜਾਂ ਵਾਇਲੈਂਸ ਤੁਹਾਡੇ ਨਾਲ ਹੋ ਰਹੀ ਆ, ਤਾਂ ਇਹ ਵੀ ਨਾ ਝਿਜਕੋ ਕਿ ਕਿਸੇ ਨੂੰ ਦੱਸਣਾ ਨਹੀਂ ਆ ਜਾਂ ਰਿਪੋਰਟ ਨਹੀਂ ਕਰਨਾ। ਰਿਪੋਰਟ ਜ਼ਰੂਰ ਕਰੋ, ਕਿਉਂਕਿ ਤੁਹਾਡੀ ਜ਼ਿੰਦਗੀ ਤੇ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਬੇਹੱਦ ਜ਼ਰੂਰੀ ਆ। ਕਿਸੇ ਵੀ ਤਰ੍ਹਾਂ ਦੇ ਸਮਾਜਿਕ ਦਬਾਅ 'ਚ ਨਾ ਆਓ, ਪਰ ਟਰਾਈ ਕਰੋ ਕਿ ਇਹਨਾਂ ਕਾਰਨਾਂ ਨੂੰ ਪਹਿਲੇ ਸਟੈਪ ਦੇ ਉੱਤੇ ਸਮਝਣ ਦੀ ਕੋਸ਼ਿਸ਼ ਕਰੋ ਤੇ ਉਸ ਚੀਜ਼ ਦਾ ਸੋਲਿਊਸ਼ਨ ਕੱਢਣ ਦੀ ਕੋਸ਼ਿਸ਼ ਕਰੋ। ਆਸ ਕਰਦੇ ਹਾਂ ਕਿ ਤੁਸੀਂ ਸਾਡੀ ਇਹ ਪ੍ਰਾਈਮ ਵੂਮਨ ਦੀ ਗੱਲਾਂ ਦੇ ਵਿੱਚੋਂ ਗੱਲ ਦਾ ਇਹ ਸੈਗਮੈਂਟ ਜ਼ਰੂਰ ਪਸੰਦ ਕੀਤਾ ਹੋਏਗਾ। ਮੈਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।